ਉਹ ਇਸ ਤਰ੍ਹਾਂ ਹੈਗੇ ਕਿ 24 ਤਰੀਕ ਨੂੰ ਇਹ ਮੰਦਭਾਗੀ ਘਟਨਾ ਹੁੰਦੀ ਹੈ ਜਿਹਦੇ ਵਿੱਚ ਲਵਪ੍ਰੀਤ ਦੀ ਡੈਥ ਹੁੰਦੀ ਹੈ। ਉਸ ਤੋਂ ਬਾਅਦ ਉਹਦੇ ਵਿੱਚ ਪਹਿਲਾਂ 174 ਦੀ ਕਾਰਵਾਈ ਕਰ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ, ਇਹਦੇ 'ਚ ਕੋਈ ਗਲਤ ਚੀਜ਼ ਨਹੀਂ ਹੋਈ। ਜਦੋਂ ਤਾਈਂ ਕਾਜ਼ ਆਫ ਡੈਥ ਨਹੀਂ ਐਸਟੈਬਲਿਸ਼ ਕਰ ਸਕਦੇ ਉਦੋਂ ਤਾਈਂ ਆਪਾਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਪ੍ਰੋਬਲਮ ਆਪਣੀ ਜਿਹੜੀ ਆ ਕਿ ਆਪਣੇ ਬੱਚੇ ਬਹੁਤ ਡੈਸਪਰੇਟਲੀ ਬਾਹਰ ਜਾਣਾ ਚਾਹੁੰਦੇ ਨੇ ਔਰ ਜਦੋਂ ਉਹ ਡੈਸਪਰੇਸ਼ਨ ਕਿਸੇ ਚੀਜ਼ ਨੂੰ ਅਟੇਨ ਕਰਨ ਦੀ ਡੈਸਪਰੇਸ਼ਨ ਹੁੰਦੀ ਹੈ ਤੁਸੀਂ ਉਹਦੇ ਲਈ ਕਈ ਵਾਰੀ ਗਲਤ ਹੱਥਕੰਡੇ ਵੀ ਅਪਣਾਉਂਦੇ ਹੈਗੇ। ਜਿਹੜੇ ਤੁਸੀਂ ਕਹਿੰਦੇ ਹੋ ਵੀ ਗਲਤੀ ਇਸ ਲੜਕੀ ਦੀ, ਇਹਨੇ ਨਹੀਂ ਬੁਲਾਇਆ, ਉਸ ਨੇ ਨਹੀਂ ਬੁਲਾਇਆ, ਉਹਦਾ ਵੀ ਆਪਾਂ ਇਮੀਡੀਏਟਲੀ ਕੋਈ ਜਜਮੈਂਟ ਨਹੀਂ ਦੇ ਸਕਦੇ ਕਿਉਂਕਿ ਆਪਾਂ ਨੂੰ ਅਮਨ ਇਹ ਚੈੱਕ ਕਰਨਾ ਪਏਗਾ ਕਿ ਕੋਵਿਡ ਕਾਰਨ ਬਾਹਰ ਜਾਣ 'ਤੇ ਕਈ ਰਿਸਟ੍ਰਿਕਸ਼ਨਾਂ ਲੱਗੀਆਂ ਹੋਈਆਂ ਨੇ। ਪਹਿਲੀ ਸਟੈਪ 'ਤੇ ਆ, ਹਜੇ ਤਾਂ ਆਪਾਂ ਨੇ ਕ੍ਰਾਈਮ ਵੀ ਨਹੀਂ ਐਸਟੈਬਲਿਸ਼ ਕੀਤਾ। ਲਵਪ੍ਰੀਤ ਤੇ ਬੇਅੰਤ ਕੌਰ ਦਾ ਮਾਮਲਾ ਇਸ ਵੇਲੇ ਬਹੁਤ ਗਰਮਾਇਆ ਹੋਇਆ ਹੈ। ਜਿਸ ਤਰੀਕੇ ਦੇ ਨਾਲ ਹਰ ਰੋਜ਼ ਨਵੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਹੈ ਇਸ ਮਾਮਲੇ ਨੂੰ ਲੈ ਕੇ। ਸੋ ਹੁਣ ਅੱਗੇ ਦੀ ਕਾਰਵਾਈ ਕਿਸ ਤਰੀਕੇ ਦੀ ਰਹਿਣ ਵਾਲੀ ਹੈ, ਪੁਲਿਸ ਜਿਹੜੀ ਕਾਰਵਾਈ ਕਿੱਥੇ ਤੱਕ ਪਹੁੰਚੀ, ਸਾਡੇ ਨਾਲ ਗੱਲ ਕਰਨ ਦੇ ਲਈ ADGP NRI ਸਰ ਮੌਜੂਦ ਹੈ। AS ਰਾਏ ਸਰ, ਤੁਹਾਡੇ ਕੋਲ ਜਾਨਣਾ ਚਾਹਾਂਗੇ, ਅਗਰ ਇਹ ਬੜਾ ਸੈਂਸਿਟਿਵ ਮੈਟਰ ਬਣ ਚੁੱਕਿਆ ਹੈ, ਇਸ ਤਰੀਕੇ ਦੇ ਪਹਿਲੇ ਵੀ ਬਹੁਤ ਮਸਲੇ ਰਹੇ ਹੈ, ਕੀ ਲੱਗਦਾ ਹੈ ਜਦੋਂ ਇਸ ਤਰੀਕੇ ਦੇ ਮਸਲੇ ਸਾਹਮਣੇ ਨਿਕਲ ਕੇ ਆਉਂਦੇ ਹੈ, ਹਾਲਾਂਕਿ ਪਹਿਲਾਂ ਵੀ ਐਫਰਟਸ ਤੁਹਾਡੇ ਵੱਲੋਂ ਕੀਤੇ ਗਏ ਨੇ ਔਰ ਬਹੁਤ ਸਾਰੇ ਚੀਜ਼ਾਂ ਦੇ ਉੱਪਰ ਨਕੇਲ ਵੀ ਕਸੀ ਗਈ, ਕੀ ਲੱਗਦਾ ਅਗਰ ਇਸ ਮਸਲੇ ਦੀ ਅਗਰ ਗੱਲ ਕੀਤੀ ਜਾਵੇ, ਸਮੇਂ ਬਹੁਤ ਗਰਮਾਇਆ ਵੀ ਹੋਇਆ ਹੈ ਔਰ ਸਰ ਉਹ ਬਹੁਤ ਸਾਰੇ ਸਵਾਲ ਵੀ ਖੜੇ ਹੋ ਰਹੇ ਨੇ ਇਸ ਮਸਲੇ ਨੂੰ ਲੈ ਕੇ। ਸਾਰਿਆਂ ਨੂੰ ਪਹਿਲਾਂ ਤਾਂ ਮੈਂ ਇਹ ਲਵਪ੍ਰੀਤ ਵਾਲੇ ਮਸਲੇ ਬਾਰੇ ਗੱਲ ਕਰ ਲਾਂ। ਮੇਰੀ ਹੁਣੇ DIG ਪਟਿਆਲਾ ਰੇਂਜ ਨਾਲ ਗੱਲ ਹੋਈ ਆ ਤੋ ਇਹਦੇ ਵਿੱਚ ਜੋ ਤੱਥ ਹੁਣ ਤਾਈਂ ਸਾਹਮਣੇ ਆਏ ਹੈਗੇ ਨੇ ਉਹ ਇਸ ਤਰ੍ਹਾਂ ਹੈਗੇ ਨੇ ਕਿ 24 ਤਰੀਕ ਨੂੰ ਇਹ ਮੰਦਭਾਗੀ ਘਟਨਾ ਹੁੰਦੀ ਹੈ ਜਿਹਦੇ ਵਿੱਚ ਲਵਪ੍ਰੀਤ ਦੀ ਡੈਥ ਹੁੰਦੀ ਹੈ। ਉਸ ਤੋਂ ਬਾਅਦ ਉਹਦੇ ਵਿੱਚ ਪਹਿਲਾਂ 174 ਦੀ ਕਾਰਵਾਈ ਕਰ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ, ਇਹਦੇ 'ਚ ਕੋਈ ਗਲਤ ਚੀਜ਼ ਨਹੀਂ ਹੋਈ, ਇਹ 174 ਦੀ ਕਾਰਵਾਈ ਕਰ ਦਿੱਤੀ ਜਾਵੇ। ਉਸ ਤੋਂ ਬਾਅਦ 5 ਤਰੀਕ ਨੂੰ ਉਹਨਾਂ ਦੇ ਪੇਰੈਂਟਸ ਆ ਕੇ ਇਹ ਕੰਪਲੇਂਟ ਕਰਦੇ ਨੇ ਕਿ ਇਹਦੇ ਵਿੱਚ ਇਹ ਸੁਸਾਈਡ ਦਾ ਮਸਲਾ ਹੈਗਾ ਅਤੇ ਆਹ ਲੜਕੀ ਰਿਸਪੋਂਸੀਬਲ ਹੈਗੀ ਆ। 5 ਤਰੀਕ ਨੂੰ ਜਦੋਂ ਇਹ ਗੱਲ ਕਰਦੇ ਹੈਗੇ ਨੇ ਤਾਂ ਇਮੀਡੀਏਟਲੀ ਸਾਡੇ ਜਿਹੜਾ ਵਿਸਰਾ ਉਹਦਾ ਕਲੈਕਟ ਕੀਤਾ ਸੀਗਾ ਉਹਨੂੰ ਕੈਮੀਕਲ ਫੋਰੈਂਸਿਕ ਲੈਬ 'ਚ ਭੇਜਿਆ ਜਾਂਦਾ ਕਿ ਦੱਸਿਆ ਜਾਵੇ ਇਹਦਾ ਮੌਤ ਦਾ ਕਾਰਨ ਕੀ ਹੈਗਾ ਅਤੇ ਉਹ ਹਜੇ ਵੀ ਕੈਮੀਕਲ ਲੈਬ 'ਚ FSL 'ਚ ਹੈਗਾ ਅਤੇ ਉਹ ਕਿਉਂਕਿ ਇੱਕ ਕੈਮੀਕਲ ਪ੍ਰੋਸੈਸ ਹੁੰਦੀ ਆ, ਉਹਨਾਂ ਨੇ ਟੈਸਟ ਕਰਨੇ ਹੁੰਦੇ ਨੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਟਾਈਮ ਲੱਗਦਾ। ਉਹਨਾਂ ਨੂੰ 2 ਵਾਰੀ ਰਿਮਾਈਂਡਰ ਵੀ ਚਲਿਆ ਗਿਆ SSP ਬਰਨਾਲਾ ਬੰਨਿਓ ਤਾਂ ਕਿ ਆਪਾਂ ਜਦੋਂ ਤਾਈਂ ਕਾਜ਼ ਆਫ ਡੈਥ ਨਹੀਂ ਐਸਟੈਬਲਿਸ਼ ਕਰ ਸਕਦੇ ਉਦੋਂ ਤਾਈਂ ਆਪਾਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਸੋ ਮਾਮਲੇ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ ਕਿ ਆਇਆ ਇਹ ਨੈਚੁਰਲ ਡੈਥ ਆ, ਕੋਈ ਪੋਇਜ਼ਨ ਆ, ਕੀ ਹੈਗਾ, ਅਤੇ ਉਹ ਜਦੋਂ ਮਾਮਲੇ ਦੀ ਤਹਿਕੀਕਾਤ ਹੋਏਗੀ ਉਹਦੇ 'ਤੇ ਹੀ ਆਪਾਂ ਅੱਗੇ ਦੀ ਕਾਰਵਾਈ ਕਰ ਪਾਵਾਂਗੇ। ਜਿੱਥੋਂ ਤਾਈਂ ਤੁਸੀਂ ਕਿਹਾ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ, ਇਹੋ ਜਿਹੀਆਂ ਵਾਰਦਾਤਾਂ ਦਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਇਹ ਪਿਛਲੇ 1.5-2 ਸਾਲ ਤੋਂ ਇਹੋ ਜਿਹੀਆਂ ਵਾਰਦਾਤਾਂ ਦੇ ਵਿੱਚ ਸਾਨੂੰ ਕੰਪਲੇਂਟਸ ਕਾਫੀ ਜ਼ਿਆਦਾ ਮਿਲਦੀਆਂ ਨੇ। ਮੈਂ ਇੱਥੇ ਕੁਝ ਤੱਥ ਇਕੱਠੇ ਕੀਤੇ ਨੇ, ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਜਿਸ ਤਰ੍ਹਾਂ 2019 ਦੇ ਵਿੱਚ ਸਾਨੂੰ ਕੁਝ 16 ਕੰਪਲੇਂਟਾਂ ਇਸ ਤਰ੍ਹਾਂ ਦੀਆਂ ਮਿਲੀਆਂ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਲੜਕੀਆਂ ਨੇ ਇਸ ਤਰ੍ਹਾਂ ਲੜਕਿਆਂ ਨੂੰ ਚੀਟ ਕੀਤਾ ਹੈਗਾ ਅਤੇ ਉਹਨਾਂ ਵਿੱਚੋਂ ਅਸੀਂ ਤਹਿਕੀਕਾਤ ਕਰਕੇ 6 ਦੇ ਉੱਤੇ ਕੇਸ ਰਜਿਸਟਰ ਕੀਤਾ 2019 ਦੇ ਵਿੱਚ। 2020 ਦੇ ਵਿੱਚ ਸਾਨੂੰ ਕੋਈ 26 ਕੰਪਲੇਂਟਾਂ ਮਿਲੀਆਂ ਔਰ 11 ਕੇਸ ਦਰਜ ਹੋਏ ਔਰ 2021 ਵਿੱਚ ਹੁਣ ਆਪਾਂ ਅੱਧ 'ਚ ਪਹੁੰਚ ਚੁੱਕੇ ਹਾਂ, ਅੱਧ ਤੋਂ ਅੱਗੇ ਥੋੜ੍ਹਾ ਜਿਹਾ ਹੈਗੇ ਅਤੇ ਆਪਾਂ ਨੂੰ 31 ਦਰਖਾਸਤਾਂ ਮਿਲੀਆਂ ਨੇ ਅਤੇ 9 ਪਰਚੇ ਦਰਜ ਹੋ ਚੁੱਕੇ ਹਨ। ਸੋ ਇਹ ਇੱਕ ਰੁਝਾਨ ਜਿਹੜਾ ਦਿਖਲਾ ਰਿਹਾ ਹੈਗਾ, ਇਹ ਦਿਖਲਾ ਰਿਹਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਹੈਗੀਆਂ ਨੇ। ਜਿੱਥੋਂ ਤਾਈਂ ਇਹਦੇ 'ਚ ਅੱਗੇ ਲੀਗਲ ਕਾਰਵਾਈ ਦੀ ਗੱਲ ਆ ਗਈ, ਸਾਰਿਆਂ ਨਾਲੋਂ ਪਹਿਲਾਂ ਤਾਂ ਇਹ ਹੁੰਦਾ ਕਿ ਕੇਸ ਰਜਿਸਟਰ ਕੀਤਾ ਜਾਂਦਾ, ਫਿਰ ਉਹ ਕੇਸ ਰਜਿਸਟਰ ਕਰਕੇ ਉਹਦੀ ਪ੍ਰੋਸੀਕਿਊਸ਼ਨ ਕੀਤੀ ਜਾਂਦੀ ਆ, ਫਿਰ ਪ੍ਰੋਸੀਕਿਊਸ਼ਨ ਕਰਕੇ
ਉਹਦਾ ਕ੍ਰਾਈਮ ਐਸਟੈਬਲਿਸ਼ ਕੀਤਾ ਜਾਂਦਾ ਕੋਰਟ 'ਚ ਜਿਸ ਦੇ ਅਗੇਂਸਟ ਵੀ ਉਹ ਕੇਸ ਹੈਗਾ। ਫਿਰ ਉਹ ਕੇਸ ਦੀ ਵਿਸਥਾਰਪੂਰਵਕ ਜਾਣਕਾਰੀ ਕਿ ਇਸ ਕੋਰਟ ਦੇ ਵਿੱਚ ਇਹ ਕੇਸ ਇਸ ਬੰਦੇ ਨੇ ਇੰਡੀਆ ਦੇ ਵਿੱਚ ਆਹ ਕ੍ਰਾਈਮ ਕੀਤਾ ਹੈਗਾ, ਉਹ ਸਾਡੇ ਇੱਥੇ ਕ੍ਰਾਈਮ ਬ੍ਰਾਂਚ ਦੇ ਥਰੂ, CBI ਦੀ ਇੰਟਰਪੋਲ ਡਿਵੀਜ਼ਨ ਦੇ ਥਰੂ MEA 'ਚ ਜਾਂਦਾ। MEA ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਉਹਨਾਂ ਦੇ ਥਰੂ ਫਿਰ ਆਪਣੇ ਉੱਥੇ ਜਿਹੜੇ ਕਾਉਂਸਲੇਟ ਹੁੰਦੇ ਨੇ ਜਾਂ ਆਪਣਾ ਹਾਈ ਕਮਿਸ਼ਨ ਹੁੰਦੇ ਨੇ ਜਾਂ ਐਮਬੈਸੀਜ਼ ਹੁੰਦੀਆਂ ਨੇ, ਉਹਨਾਂ ਦੇ ਥਰੂ ਉਹਨਾਂ ਦੀ ਕੰਸਰਨਡ ਕੋਰਟ ਨੂੰ ਜਾਂਦਾ ਹੈਗਾ। ਉਹਨਾਂ ਦੀ ਕੰਸਰਨਡ ਕੋਰਟ ਫਿਰ ਆਪਣੇ ਸਿਟੀਜ਼ਨ ਦੇ ਅਗੇਂਸਟ ਜਿਹੜਾ ਐਵੀਡੈਂਸ ਇਸ ਕੋਰਟ ਨੇ ਕੀਤਾ ਹੁੰਦਾ ਉਹਨੂੰ ਐਗਜ਼ਾਮਿਨ ਕਰਦੇ ਨੇ। ਫਿਰ ਉਹ ਜਿਹੜੇ ਬੰਦੇ ਉਹਨਾਂ ਦੇ ਆਪਣੇ ਸਿਟੀਜ਼ਨ ਨੇ, ਅਕਿਊਜ਼ਡ ਹੈਗੇ ਨੇ, ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਵਰਜ਼ਨ ਸੁਣਦੇ ਨੇ। ਅਤੇ ਇਹ ਇੱਕ ਬਹੁਤ ਲੌਂਗ ਡਰਾਨ ਆਊਟ ਪ੍ਰੋਸੈਸ ਆ। ਅਤੇ ਇਹਦਾ ਮੇਰਾ ਖੁਦ ਦਾ ਪਰਸਨਲ ਐਕਸਪੀਰੀਅੰਸ ਹੈ, ਕਿਉਂਕਿ ਜਦੋਂ ਮੈਂ SSP ਸੰਗਰੂਰ ਸੀਗਾ ਅਤੇ ਮੈਂ ਜੱਸੀ ਮਰਡਰ ਕੇਸ ਦੇ ਵਿੱਚ ਜੱਸੀ ਦੀ ਮਦਰ ਅਤੇ ਉਹਦੇ ਮਾਮੇ ਜਿਹੜੇ ਕਿ ਕੋ ਕੌਂਸਪਾਇਰੇਟਰ ਸੀ, ਜਿਨ੍ਹਾਂ ਨੇ ਉੱਥੋਂ ਫਿਰੌਤੀ ਦਿੱਤੀ ਸੀ, ਜਿਹਦੇ ਫਿਰੌਤੀ ਦੇਣ ਦੇ ਉੱਤੇ ਹੀ ਜੱਸੀ ਦਾ ਇੱਥੇ ਆਪਣਾ PS ਅਮਰਗੜ੍ਹ 'ਚ ਮਰਡਰ ਕੀਤਾ ਗਿਆ ਸੀ, ਉਹਨਾਂ ਨੂੰ ਅਸੀਂ ਐਕਸਟ੍ਰਾਡਾਈਟ ਦੀ ਪ੍ਰੋਸੈਸ 2003 ਦੇ ਵਿੱਚ ਆਰੰਭ ਕੀਤੀ ਸੀ ਅਤੇ ਉਹਨਾਂ ਨੂੰ ਅਸੀਂ 2019 ਦੇ ਵਿੱਚ ਇੱਥੇ ਲਿਆ ਪਾਏ। ਇੰਨਾ ਲੰਬਾ ਪ੍ਰੋਸੈਸ ਜਦੋਂ ਕਿ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਇਨਸਾਫ ਚਾਹੀਦਾ, ਹਾਲਾਂਕਿ ਹੁਣ ਕੁੜੀ ਅਤੇ ਪਰਿਵਾਰ ਵਾਲੇ ਵੀ ਔਰ ਕਾਫੀ ਸਾਰੀ ਚੀਜ਼ਾਂ ਜਿਹੜੀ ਸਾਹਮਣੇ ਨਿਕਲ ਕੇ ਆ ਰਹੀਆਂ ਹੈ, ਕੀ ਲੱਗਦਾ ਹੈ ਅਗਰ ਪਹਿਲੀ ਉਹਦੇ ਉੱਪਰ ਜਾਂਚ ਦੇ ਉੱਪਰ ਦੇਖਿਆ ਜਾਵੇ ਤਾਂ ਜਿਵੇਂ ਤੁਸੀਂ ਬੋਲਿਆ ਕਿ ਤੁਸੀਂ ਜੱਸੀ ਵਾਲਾ ਕੇਸ ਵੀ ਦੇਖਿਆ, ਤੁਸੀਂ ਜੋ SSP ਰਹੇ ਉੱਥੇ, ਕੀ ਲੱਗਦਾ ਹੈ ਪ੍ਰਾਇਮਰੀਲੀ ਆਪਾਂ ਕਿਆ ਕਹਿ ਸਕਦੇ ਹਾਂ ਜੋ ਕਿਉਂਕਿ ਚੀਜ਼ਾਂ ਦੋਨਾਂ ਪਾਸੋਂ ਸਾਹਮਣੇ ਸਭ ਨਿਕਲ ਕੇ ਆ ਰਹੀਆਂ। ਹਾਲ ਫਿਲਹਾਲ ਦੀ ਅਗਰ ਗੱਲ ਕੀਤੀ ਜਾਵੇ, ਕੀ ਲੱਗਦਾ ਹੈ ਕਿਉਂਕਿ ਕੁੜੀ ਵੱਲੋਂ ਆਪਣੇ ਵੱਲੋਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਕਿ ਉਸਨੂੰ ਪਹਿਲਾਂ ਵੀ ਖਤ ਲਿਖਿਆ ਸੀਗਾ ਜਦੋਂ ਉਹਦੇ ਵਿਆਹ ਨੂੰ ਮਹਿਜ਼ ਇੱਕ ਮਹੀਨਾ ਉਹਦੇ ਸਿਸਟਰ ਨੂੰ ਭੇਜਿਆ ਸੀਗਾ ਉਸਨੇ, ਉਸ ਤੋਂ ਬਾਅਦ ਵੀ ਬਹੁਤ ਸਾਰੀ ਚੀਜ਼ਾਂ ਬੋਲ, ਲੇਕਿਨ ਜੋ ਮੁੰਡੇ ਦੇ ਪਰਿਵਾਰ ਵਾਲੇ ਹਾਂ ਉਹਨਾਂ ਦਾ ਵੱਖਰੀ ਗੱਲ ਕਹਿਣੀ ਹੈ। ਕੀ ਲੱਗਦਾ ਹੈ ਕਿ ਜਾਂਚ ਵਿੱਚ ਅਗਰ ਜਿਹੜੀ ਹਾਲੇ ਸ਼ੁਰੂਆਤੀ ਹੈ ਬਿਲਕੁਲ, ਕਿਉਂਕਿ ਸਰ ਤੁਸੀਂ ਐਕਸਪੀਰੀਅੰਸ ਰਹੇ ਹੋ, NRI ਵਿੰਗ ਦੇ ਹੁਣ ADGP ਵੀ ਹੋ, ਕਿਆ ਲੱਗਦਾ ਸਰ ਕਿਤੇ ਨਾ ਕਿਤੇ ਤੁਹਾਨੂੰ ਲੱਗ ਰਿਹਾ ਕਿ ਕਿਸ ਦੀ ਗਲਤੀ ਹਾਲ ਫਿਲਹਾਲ ਲੱਗ ਰਹੀ ਕਿ ਕਿੱਥੇ ਕਿਆ ਚੀਜ਼ ਹੋਈ? ਦੇਖੋ, ਮੇਰਾ ਇਹ ਸੋਚਣਾ ਹੈਗਾ ਜਿਹੜਾ ਇਨਸਾਫ ਔਰ ਜਸਟਿਸ ਇਹ ਜਿਹੜਾ ਦਿੱਤਾ ਜਾਂਦਾ ਹੈਗਾ ਇਹ ਕੋਰਟ ਦੇ ਦੁਆਰਾ ਦਿੱਤਾ ਜਾਂਦਾ। ਇਨਸਾਫ ਕੋਰਟ ਕਰਦੀ ਹੈ, ਪੁਲਿਸ ਦਾ ਕੰਮ ਹੁੰਦਾ ਐਵੀਡੈਂਸ ਕਲੈਕਟ ਕਰਨਾ, ਐਵੀਡੈਂਸ ਕਲੈਕਟ ਕਰਕੇ ਕੋਰਟ ਦੇ ਵਿੱਚ ਪ੍ਰੈਜ਼ੈਂਟ ਕਰਨਾ, ਔਰ ਕੋਰਟ ਨੇ ਸਾਰੇ ਪਾਸਿਆਂ ਦੀ ਗੱਲ ਸੁਣਨੀ ਆ, ਸਾਰੇ ਐਵੀਡੈਂਸ ਨੂੰ ਇੱਕ ਜਿਹੜਾ ਆਪਣਾ ਜਾਬਤਾ ਬਣਿਆ ਹੋਇਆ, ਆਪਣਾ ਇੱਕ ਪ੍ਰੋਸੈਸ ਬਣੀ ਵੀ ਆ, ਉਹ ਜਾਬਤੇ ਦੇ ਥਰੂ ਉਹਨੂੰ ਐਗਜ਼ਾਮਿਨ ਕਰਨਾ। ਆਪਾਂ ਇਸ ਤਰ੍ਹਾਂ ਹੀ ਨਹੀਂ ਕਿ ਆਪਾਂ ਨੂੰ ਕੀ ਲੱਗਦਾ, ਆਪਾਂ ਨੂੰ ਤਾਂ ਹਮੇਸ਼ਾ ਸਟਾਰਟਿੰਗ ਦੌਰ ਤੇ ਪੁੱਛ ਰਹੀ ਹੈ ਕਿੱਥੇ ਲੱਗ ਰਿਹਾ ਕਿ ਕਿਸ ਦੀ ਗਲਤੀ? ਨਹੀਂ, ਗਲਤੀ ਬੀਬਾ ਮੈਂ ਇਹ ਕਿਸੇ ਵੀ ਇਨਸਾਨ ਦੀ ਕੋਈ ਗਲਤੀ ਨਹੀਂ ਹੁੰਦੀ, ਇਹ ਕਈ ਵਾਰੀ ਸਿਸਟਮ 'ਚ ਕਈ ਚੀਜ਼ਾਂ ਕਮੀਆਂ ਪੇਸ਼ੀਆਂ ਹੋ ਜਾਂਦੀਆਂ ਨੇ। ਔਰ ਮੈਂ ਇਸ ਚੀਜ਼ ਨੂੰ ਸਮਝਦੇ ਹੋਏ ਮੈਂ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਇੱਕ ਪ੍ਰੋਬਲਮ ਆਪਣੀ ਜਿਹੜੀ ਆ ਕਿ ਆਪਣੇ ਬੱਚੇ ਬਹੁਤ ਡੈਸਪਰੇਟਲੀ ਬਾਹਰ ਜਾਣਾ ਚਾਹੁੰਦੇ ਨੇ, ਔਰ ਜਦੋਂ ਉਹ ਡੈਸਪਰੇਸ਼ਨ ਕਿਸੇ ਚੀਜ਼ ਨੂੰ ਅਟੇਨ ਕਰਨ ਦੀ ਡੈਸਪਰੇਸ਼ਨ ਹੁੰਦੀ ਹੈ, ਤੁਸੀਂ ਉਹਦੇ ਲਈ ਕਈ ਵਾਰੀ ਗਲਤ ਹੱਥਕੰਡੇ ਵੀ ਅਪਣਾਉਣੇ ਹੈਗੇ ਹੋ। ਤੋ ਗਲਤੀ ਇਹ ਕਹਿਣਾ ਵੀ ਇਸ ਦੀ ਗਲਤੀ ਹੈ, ਇਸ ਦੀ ਗਲਤੀ, ਇਹ ਆਪਣਾ ਜਿਹੜਾ ਸਰਕਾਰ ਦਾ ਹੁੰਦਾ, ਸਰਕਾਰਾਂ ਦਾ ਕੰਮ ਹੁੰਦਾ ਕਿ ਉਹ ਸਿਸਟਮ ਇਸ ਤਰ੍ਹਾਂ ਦਾ ਬਣਾਉਣ ਕਿ ਕਿਸੇ ਨੂੰ ਕੋਈ ਗਲਤ ਕੰਮ ਨਾ ਕਰਨਾ ਪਵੇ। ਜਿਹੜੇ ਉਹਨਾਂ ਦੇ ਨੈਚੁਰਲ ਅਰਜਿਸ ਹੈਗੇ ਨੇ, ਹਰ ਇੱਕ ਬੰਦਾ ਅੱਛੀ ਲਾਈਫ ਜਿਉਣਾ ਚਾਹੁੰਦਾ, ਅੱਛੇ ਪੈਸੇ ਕਮਾਉਣਾ ਚਾਹੁੰਦਾ, ਉਹਨਾਂ ਨੂੰ ਉਹ ਓਪਰਚੁਨਿਟੀ ਮਿਲੇ। ਸੋ ਇਹਦੇ ਤਹਿਤ ਹੀ ਪੰਜਾਬ ਸਰਕਾਰ ਨੇ ਜਿਹੜਾ ਆਪਣਾ ਘਰ ਘਰ ਰੋਜ਼ਗਾਰ ਯੋਜਨਾ, ਉਹਦੇ ਤਹਿਤ ਇੱਕ ਫੋਰਨ ਪਲੇਸਮੈਂਟ ਸੈੱਲ ਸ਼ੁਰੂ ਕੀਤਾ ਹੈਗਾ, ਜਿਹੜਾ ਫੋਰਨ ਸਟੱਡੀ ਐਂਡ ਪਲੇਸਮੈਂਟ ਸੈੱਲ ਆ। ਇਹਨਾਂ ਦਾ ਕੀ ਕੰਮ ਹੈਗਾ? ਇਹਨਾਂ ਦਾ ਕੰਮ ਹੈਗਾ ਬੱਚਿਆਂ ਨੂੰ ਕਾਉਂਸਲਿੰਗ ਕਰਨ ਦਾ, ਔਰ ਇਹ ਬੱਚਿਆਂ ਨੂੰ ਬੁਲਾ ਕੇ ਕਾਉਂਸਲ ਕਰਦੇ ਨੇ ਵੀ ਤੁਸੀਂ ਕਿਹੜੀ ਕਾਲਜ, ਕਿਹੜੇ ਯੂਨੀਵਰਸਿਟੀ 'ਚ ਜਾ ਸਕਦੇ ਹੋ, ਉੱਥੇ ਕਿਹੜੀਆਂ ਜੌਬਸ ਤੁਹਾਨੂੰ ਮਿਲ ਸਕਦੀਆਂ ਨੇ। ਅਤੇ ਇਹ ਦੇ ਤਹਿਤ ਇਹ ਫੈਬਰਵਰੀ ਦੇ ਵਿੱਚ ਸ਼ੁਰੂ ਹੋਇਆ ਅਤੇ ਇਹਦੇ ਤਹਿਤ ਕੋਈ ਜਿਹੜੇ ਉੱਥੇ ਪ੍ਰੋਫੈਸਰ ਇੰਚਾਰਜ ਨੇ ਉਹਨਾਂ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਆ, ਕੋਈ 500 ਬੱਚੇ ਨੂੰ ਕਾਉਂਸਲ ਕਰ ਦਿੱਤਾ ਗਿਆ। ਅਤੇ ਇਹ ਕਿਉਂਕਿ ਆ ਪਿਛਲੇ 1.5 ਸਾਲ ਤੋਂ ਆਪਣਾ ਸਾਰਾ ਕੰਮ ਰੁਕਿਆ ਹੋਇਆ ਹੈਗਾ ਕਰੋਨਾ ਕਰਕੇ, ਸੋ ਇਹ ਕੰਮ ਵੀ ਉਨੀ ਮੁਸਤੈਦੀ ਨਾਲ ਨਹੀਂ ਹੋ ਪਾਇਆ ਜਿੰਨਾ ਹੋਣਾ ਚਾਹੀਦਾ ਸੀਗਾ।
ਇਹ ਕੰਮ ਵੀ ਹੋਣਾ ਚਾਹੀਦਾ। ਤੇ ਪਲੱਸ ਜਿਹੜਾ ਤੁਸੀਂ ਕਹਿੰਦੇ ਹੋ ਵੀ ਗਲਤੀ ਇਸ ਲੜਕੀ ਦੀ, ਇਹਨੇ ਨਹੀਂ ਬੁਲਾਇਆ, ਉਸ ਨੇ ਨਹੀਂ ਬੁਲਾਇਆ, ਉਹਦਾ ਵੀ ਆਪਾਂ ਇਮੀਡੀਏਟਲੀ ਕੋਈ ਜਜਮੈਂਟ ਨਹੀਂ ਦੇ ਸਕਦੇ, ਕਿਉਂਕਿ ਆਪਾਂ ਨੂੰ ਅਮਨ ਇਹ ਚੈੱਕ ਕਰਨਾ ਪਏਗਾ ਕਿ ਕੋਵਿਡ ਕਾਰਨ ਬਾਹਰ ਜਾਣ 'ਤੇ ਕਈ ਰਿਸਟ੍ਰਿਕਸ਼ਨਾਂ ਲੱਗੀਆਂ ਹੋਈਆਂ ਨੇ। ਕੈਨੇਡਾ ਵਰਗੀ ਕੰਟਰੀ ਨੇ ਬਹੁਤ ਰਿਸਟ੍ਰਿਕਸ਼ਨਸ ਲਾਈਆਂ ਹੋਈਆਂ ਨੇ। ਉਹ ਕਿਹੜੇ ਬੰਦਿਆਂ ਨੂੰ ਬੁਲਾ ਰਹੇ ਨੇ? ਮੇਰੇ ਕੋਲ ਰੋਜ਼ ਇਸ ਤਰ੍ਹਾਂ ਦੇ ਕੇਸ ਆਉਂਦੇ ਨੇ ਜਿੱਥੇ ਲੜਕਾ ਲੜਕੀ ਦੀ ਜੈਨੂਇਨ ਮੈਰਿਜ ਆ, ਸਾਰਾ ਕੁਝ ਠੀਕ ਆ, ਪਰ ਉਹ ਸਪਾਊਸ ਉੱਥੇ ਜਾ ਨਹੀਂ ਪਾ ਰਹੀ, ਉਹਨੂੰ ਜੁਆਇਨ ਨਹੀਂ ਕਰ ਪਾ ਰਹੀ, ਕਿਉਂਕਿ ਉਹ ਸਿਰਫ ਆਪਣੇ ਸਿਟੀਜ਼ਨਸ ਨੂੰ ਲੈ ਰਹੇ ਨੇ। ਉਸ ਕਾਰਨ ਆਪਾਂ ਨੂੰ ਹਜੇ ਇਹਨਾਂ ਚੀਜ਼ਾਂ ਬਾਰੇ, ਔਰ ਜਿਹੜੇ ਮੈਂ ਤੁਹਾਡੇ ਨਾਲ ਤੱਥ ਸਾਂਝੇ ਕੀਤੇ ਨੇ ਉਹਦੇ 'ਚ ਵੀ ਤੁਸੀਂ ਨੋਟਿਸ ਕਰੋਗੇ ਵੀ ਇਹ ਜਿਹੜੀਆਂ ਕੰਪਲੇਂਟਸ ਨੇ ਇਹ ਵਧੀਆ ਨੇ, ਇਹ ਕੋਵਿਡ ਦੇ ਪੀਰੀਅਡ 'ਚ ਵਧੀਆ ਨੇ। ਮਤਲਬ ਪਹਿਲਾਂ ਆਪਣੇ ਇਸ ਤਹਿਤ ਇੰਨੇ ਨਹੀਂ ਸੀ ਮਸਲੇ ਆਏ ਜਿੰਨੇ ਕਿ ਆ ਪਿਛਲੇ ਕੋਵਿਡ ਦੇ ਤਹਿਤ ਆ ਗਏ, ਕਿਉਂਕਿ ਹੋ ਸਕਦਾ ਕਿ ਇਹਦਾ ਕੋਈ ਨਾ ਕੋਈ ਕੋਰਿਲੇਸ਼ਨ ਆਪਣਾ ਰਿਸਟ੍ਰਿਕਸ਼ਨਸ ਨਾਲ ਹੋ। ਪਹਿਲਾਂ ਦੇਖਿਆ ਜਾਂਦਾ ਜਦੋਂ 2018-19 ਦੀ ਗੱਲ ਕੀਤੀ ਜਾਵੇ, ਜਦੋਂ ਸਮਾਂ ਸੀ ਉਦੋਂ ਮੁੰਡਿਆਂ ਦੀ ਚੀਜ਼ਾਂ ਸਾਹਮਣੇ ਨਿਕਲ ਕੇ ਆਉਂਦੀਆਂ ਸੀ, ਲੇਕਿਨ ਹੁਣ ਚੀਜ਼ਾਂ ਬਦਲ ਰਹੀਆਂ ਹੈ। ਹੁਣ ਆਮ ਵੀ ਦੇਖਿਆ ਜਾ ਰਿਹਾ ਕਿ ਬਹੁਤ ਸਾਰੇ ਡਿਪੋਰਟ ਹੋ ਕੇ ਉਰੇ ਲੋਕ ਆਉਂਦੇ ਸੀ, ਲੇਕਿਨ ਹੁਣ ਇਹ ਮਸਲੇ ਕੁੜੀਆਂ ਦੇ ਵਿੱਚ ਵੀ ਦੇਖੇ ਜਾ ਰਹੇ ਨੇ। ਔਰ ਜਿਵੇਂ ਤੁਸੀਂ ਬੋਲਿਆ ਸੀ ਕਿ ਬਹੁਤ ਜ਼ਿਆਦਾ ਹੁਣ ਡੈਸਪਰੇਟ ਹੋ ਰਹੇ ਨੇ ਬੱਚੇ ਬਾਹਰ ਜਾਣ ਨੂੰ, ਕਿਆ ਕਾਰਨ ਸਰ ਤੁਸੀਂ ਮੰਨਦੇ ਹੋ ਇਸ ਦੇ ਪਿੱਛੇ? ਇਹ ਦੇਖੋ, ਆਪਣੀ ਪੰਜਾਬ ਦੇ ਵਿੱਚ ਇਹ ਆਪਣੀ ਥੋੜ੍ਹੀ ਜਿਹੀ ਬਦਕਿਸਮਤੀ ਰਹੀ ਹੈ। ਦੇਖੋ, ਆਪਾਂ ਪੰਜਾਬ ਦੇ ਵਿੱਚ ਇੱਕ ਜਿਹੜੀ ਇਕੋਨਮੀ ਆ, ਆਪਣੀ ਇਕੋਨਮੀ ਸਮੇਂ ਦੀ ਹਾਨੀ ਨਹੀਂ ਹੋ ਪਾਈ। ਆਪਾਂ ਐਗਰੀਕਲਚਰ ਬੇਸਡ ਇਕੋਨਮੀ ਸੀਗੇ, ਐਗਰੀਕਲਚਰ ਬੇਸਡ ਇਕੋਨਮੀ ਨੇ ਉਸ ਤੋਂ ਬਾਅਦ ਇੱਕ ਜਿਹੜਾ ਐਗਰੋ ਇੰਡਸਟਰੀ ਨੇ ਆਉਣਾ ਸੀ, ਉਹ ਜਿਹੜਾ 80 ਤੇ 90 ਦਾ ਦਹਾਕਾ ਸੀਗਾ ਉਹ ਆਪਣਾ ਟੈਰਰਿਜ਼ਮ 'ਚ ਲੂਜ਼ ਹੋ ਗਿਆ। ਉਸ 'ਚ ਆਪਾਂ ਉਹ ਇੱਕ ਟ੍ਰਾਂਜੀਸ਼ਨ ਨਹੀਂ ਕਰ ਪਾਏ। ਉਸ ਤੋਂ ਬਾਅਦ ਜਿਹੜੀ ਹੁਣ 2000 ਤੋਂ ਬਾਅਦ ਦੀ ਇਕੋਨਮੀ ਆ, ਇਹ ਨੌਲੇਜ ਇਕੋਨਮੀ ਆ ਗਈ ਆ। ਇਹ ਨੌਲੇਜ ਇਕੋਨਮੀ 'ਚ ਆਪਣੇ ਬੱਚੇ ਕਿਤੇ ਨਾ ਕਿਤੇ ਉਹ ਪਿਛੜ ਰਹੇ ਨੇ, ਔਰ ਇਸ ਕਰਕੇ ਔਰ ਆਪਾਂ ਵੀ ਇੱਥੇ ਕੋਈ ਨੌਲੇਜ ਇਕੋਨਮੀ ਦੀਆਂ ਸਰਵਿਸ ਇੰਡਸਟਰੀ ਇਸ ਤਰ੍ਹਾਂ ਦੀ ਇੱਥੇ ਨਹੀਂ ਕ੍ਰੀਏਟ ਕਰ ਪਾਏ। ਇਸ ਕਰਕੇ ਇੱਥੇ ਇੰਪਲੋਇਮੈਂਟ ਓਪਰਚੁਨਿਟੀਜ਼ ਘੱਟ ਨੇ, ਤੇ ਪੰਜਾਬੀ ਪ੍ਰੋਗਰੈਸਿਵ ਕਮਿਊਨਿਟੀ ਨੇ ਜਿੱਥੇ ਇਹਨਾਂ ਨੂੰ ਬੈਟਰ ਇੰਪਲੋਇਮੈਂਟ, ਬੈਟਰ ਲਾਈਫ ਚਾਂसेस ਮਿਲਦੇ ਨੇ, ਉਹ ਮੂਵ ਕਰਨਾ ਚਾਹੁੰਦੇ ਨੇ। ਅਗਰ ਇਸ ਮਸਲੇ ਦੇ ਉੱਪਰ ਆਈਏ, ਲਵਪ੍ਰੀਤ ਤੇ ਬੇਅੰਤ ਕੌਰ ਵਾਲੇ ਮਸਲੇ ਦੇ ਉੱਪਰ ਸਰ, ਅਗਲੀ ਜੇਕਰ ਕਾਰਵਾਈ ਹੈ ਹੁਣ ਕਿਸ ਤਰੀਕੇ ਦੀ ਰਹੇਗੀ ਔਰ ਕਦੋਂ ਤੱਕ? ਜਿਵੇਂ ਤੁਸੀਂ ਬੋਲਿਆ ਕਿ 2003 ਦਾ ਜਿਹੜਾ ਮਸਲਾ ਸੀ, ਜਿਹੜਾ ਜੱਸੀ ਵਾਲਾ 19 ਵਿੱਚ ਇਨਸਾਫ ਮਿਲਿਆ ਉਸ ਨੂੰ, ਹੈ ਨਾ, ਸੋ ਕੀ ਲੱਗਦਾ ਇਹ ਮਸਲਾ ਕਿੰਨੇ ਜਲਦ ਇਸ ਨੂੰ ਸੋਲਵ ਕੀਤਾ ਜਾਏਗਾ ਔਰ ਕਿੰਨੀ ਜਲਦੀ ਇਸ ਦੇ ਅੰਦਰ ਅਗਲੀ ਕਾਰਵਾਈ ਹੋਏਗੀ, ਔਰ ਨੈਕਸਟ ਕਿਆ ਚੀਜ਼ਾਂ ਇਸ ਵਿੱਚ ਰਹਿਣਗੀਆਂ ਔਰ ਇਹ ਕੇਸਿਸ ਅਜਿਹੇ ਅੱਗੇ ਸਮੇਂ ਵਿੱਚ ਨਾ ਹੋਣ, ਇਸ ਦੇ ਲਈ ਕਿਆ ਸਖਤੀ ਕੀਤੀ ਜਾਏਗੀ? ਦੇਖੋ, ਜਿਹੜਾ ਜੱਸੀ ਮਰਡਰ ਕੇਸ ਸੀਗਾ ਉਹ ਇੱਕ ਮਰਡਰ ਦਾ ਕੇਸ ਸੀਗਾ, ਜਿਹਦੇ 'ਚ ਜਿਹੜੀ ਗ੍ਰੈਵਿਟੀ ਸੀ ਉਹ ਬਹੁਤ ਜ਼ਿਆਦਾ ਸੀਗੀ। ਇੱਕ ਉਹਨਾਂ ਦਾ ਸਿਟੀਜ਼ਨ ਉੱਥੇ ਦਾ ਕੈਨੇਡਾ ਦਾ ਸਿਟੀਜ਼ਨ ਲੇਡੀ ਇੱਥੇ ਮਾਰੀ ਗਈ ਸੀ, ਅਤੇ ਉਹਨਾਂ ਨੂੰ ਉਸ ਦੀ ਉਨੀ ਹੀ ਉਹਦੀ ਸੀ। ਇਹ ਜਿਹੜਾ ਮਸਲਾ, ਇਹਦੇ 'ਚ ਤਾਂ ਹਜੇ ਆਪਾਂ ਪਹਿਲੀ ਸਟੈਪ 'ਤੇ ਆ, ਹਜੇ ਤਾਂ ਆਪਾਂ ਨੇ ਕ੍ਰਾਈਮ ਵੀ ਨਹੀਂ ਐਸਟੈਬਲਿਸ਼ ਕੀਤਾ। ਪਹਿਲੀ ਗੱਲ, ਆਪਣਾ ਜਦੋਂ ਕੈਮੀਕਲ ਐਨਾਲਿਸਿਸ ਦੀ ਰਿਪੋਰਟ ਆਏਗੀ, ਕਾਜ਼ ਆਫ ਡੈਥ ਪਤਾ ਲੱਗੇਗੀ, ਉਸ ਤੋਂ ਬਾਅਦ ਫਿਰ ਪੁਲਿਸ ਕਾਰਵਾਈ ਆਰੰਭ ਹੋਏਗੀ। ਫਿਰ ਪੁਲਿਸ ਕਾਰਵਾਈ ਦੇ ਉੱਤੇ ਤਹਿਕੀਕਾਤ ਪੁਲਿਸ ਕਰੇਗੀ, ਫਿਰ ਕੋਰਟ 'ਚ ਜਾਏਗਾ। ਫਿਰ ਆਇਆ ਇਸ ਮਸਲੇ ਦੇ ਵਿੱਚ 306 ਦੇ ਮਸਲੇ ਵਿੱਚ ਐਕਸਟ੍ਰੈਡੀਸ਼ਨ ਹੁੰਦੀ ਆ ਕਿ ਨਹੀਂ ਹੁੰਦੀ, ਕਿਉਂਕਿ ਐਕਸਟ੍ਰੈਡੀਸ਼ਨ ਜਾਂ ਡਿਪੋਰਟੇਸ਼ਨ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਉਹ ਸੀਰੀਅਸ ਮੈਟਰਸ 'ਚ ਹੁੰਦੀ ਆ, ਔਰ ਉਹਦੀ ਆਪਣੀ ਇੱਕ ਪ੍ਰੋਸੈਸ ਹੁੰਦੀ ਹੈ। ਤੁਸੀਂ ਦੇਖਦੇ ਹੋ ਆਪਣਾ, ਔਰ ਆਪਾਂ ਇਸ ਮਸਲੇ ਦੇ ਉੱਤੇ ਜਦੋਂ ਸੁਸ਼ਾਂਤ ਰਾਜਪੂਤ ਦਾ ਕੇਸ ਹੋਇਆ ਸੀ, ਹਾਂ, ਉਦੋਂ ਸੁਪਰੀਮ ਕੋਰਟ ਨੇ ਕਈ ਜਜਮੈਂਟਾਂ ਵੀ ਦਿੱਤੀਆਂ ਕਿ ਕਿਸੇ ਵੀ ਮਾਮਲੇ ਦੇ ਉੱਤੇ ਕੋਈ ਵੀ ਕਿਆਸ ਰਾਈ ਲਾਣਾ ਇਹ ਗਲਤ ਹੋਏਗਾ, ਇਹ ਕੰਟੈਂਪਟ ਆਫ ਕੋਰਟ ਹੋਏਗਾ। ਸੋ ਆਪਾਂ ਇਹਦੇ 'ਤੇ ਕੋਈ ਕਿਆਸ ਰਾਈ ਨਹੀਂ ਲਾ ਸਕਦੇ, ਕਿਉਂਕਿ ਆਪਾਂ ਫਿਰ ਆਪਣੀਆਂ ਕਿਆਸ ਰਾਈਆਂ ਨਾਲ ਕੋਰਟ ਦੀ ਪ੍ਰੋਸੈਸ ਨੂੰ ਬਾਇਸ ਕਰ ਦਿੰਦੇ ਹਾਂ, ਪੁਲਿਸ ਪ੍ਰੋਸੈਸ ਨੂੰ ਬਾਇਸ ਕਰ ਦਿੰਦੇ ਹਾਂ। ਸੋ ਮੇਰਾ ਤਾਂ ਇਸ ਦੇ ਉੱਤੇ ਹੀ ਰਹੇਗਾ ਕਿ ਆਪਾਂ ਆਪਣੇ ਇਮੋਸ਼ਨਲ ਨਾ ਹੋ ਕੇ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ, ਮਦਭਾਗੀ ਘਟਨਾ ਹੈਗੀ ਆ, ਇਸ ਮਦਭਾਗੀ ਘਟਨਾ ਦੀ ਤਹਿ ਥਾਈਂ ਜਾਣ ਦੀ ਕੋਸ਼ਿਸ਼ ਕਰੀਏ, ਕਾਰਨਾਂ ਦਾ ਪਤਾ ਕਰੀਏ, ਔਰ ਆਪਾਂ ਆਪਣੇ ਸਿਸਟਮ ਦੇ ਵਿੱਚ ਚੇਂਜਸ ਲਿਆਈਏ ਕਿ ਅੱਗੇ ਤੋਂ ਇਹੋ ਜਿਹੀਆਂ ਮਦਭਾਗੀ ਘਟਨਾਵਾਂ ਨਾ ਹੋਣ।
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਇਸੇ ਸਾਈਡ ਨਾਲ ਗੱਲ ਕਰਨ ਦੇ ਲਈ ਏਡੀਜੀਪੀ ਐਨਆਰਆਈ ਸਰ ਜਿਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਇਸ ਤਰੀਕੇ ਦੀ ਘਟਨਾਵਾਂ ਨਾ ਅੱਗੇ ਹੋਣ, ਇਸ ਦੇ ਲਈ ਸਾਨੂੰ ਸਿਸਟਮ ਦੇ ਵਿੱਚ ਬਦਲਾਵ ਕਰਨ ਦੀ ਬਹੁਤ ਜ਼ਰੂਰਤ ਹੈ। ਅਗਰ ਇਸ ਮਸਲੇ ਦੀ ਗੱਲ ਕੀਤੀ ਜਾਵੇ ਤਾਂ ਹਾਲੇ ਫਰਸਟ ਸਟੇਜ ਹੈ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਲੇਕਿਨ ਅਭੀ ਹਲੇ ਸਮਾਂ ਲੱਗੇਗਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਕੜੀਆਂ ਜੁੜਨੀਆਂ ਬਾਕੀ ਹੈ। ਕੈਮਰਾਮੈਨ ਰਵਨੀਤ ਦੇ ਨਾਲ ਅਮਨਪ੍ਰੀਤ ਕੌਰ, ਰੋਜ਼ਾਨਾ ਸਪੋਕਸਮੈਨ, ਮੋਹਾਲੀ।